ਇਹ ਹੁਣ ਜਿਹੜਾ ਆਈਐਸ ਅਧਿਕਾਰੀ ਅਭਿਜੀਤ ਰਾਉਤ ਉਹਨਾਂ ਨੂੰ ਉੱਥੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਸਰਕਾਰ ਵੱਲੋਂ, ਪ੍ਰਸ਼ਾਸਨ ਵੱਲੋਂ, ਕੀ ਸਮਝਦੇ ਹੋ? ਕਈ ਬੰਦੇ ਕਹਿ ਰਹੇ ਨੇ ਕਿ ਹਿੰਦੂ ਨੂੰ ਲਾ ਕੇ ਆ ਸਿੱਖਾਂ ਤੋਂ ਖੋਇਆ ਜਾ ਰਿਹਾ ਤਖਤ ਨੂੰ, ਇਹ ਤੁਹਾਨੂੰ ਕਿਹੋ ਜਿਹੀਆਂ ਲੱਗਦੀਆਂ ਨੇ ਗੱਲਾਂ? ਦਾਸ ਇਸ ਗੱਲ ਦੇ ਵਿੱਚ ਵਿਸ਼ਵਾਸ ਨਹੀਂ ਰਹਿੰਦਾ, ਕਿਉਂਕਿ ਕਈ ਸਹਿਤਾਰੀਆਂ ਦਾ ਵਿਸ਼ਵਾਸ ਜੋ ਹੈ ਗੁਰੂ ਘਰ ਨਾਲ ਬਹੁਤ ਹੁੰਦਾ। ਸਾਡੇ 5 ਤਖਤਾਂ ਚੋਂ ਇੱਕ ਤਖਤ ਸਾਹਿਬਾਨ ਹੈਗਾ, ਬਹੁਤ ਇੰਪੋਰਟੈਂਟ ਹੈ ਜੀ, ਬਹੁਤ ਇੰਪੋਰਟੈਂਟ ਹੈ। ਅਕਾਲ ਤਖਤ ਸਾਹਿਬ ਤੋਂ ਬਾਅਦ ਸਭ ਤੋਂ ਜ਼ਿਆਦਾ ਸੰਗਤ ਜਿਹੜੀ ਹੈ ਉਹ ਹਜ਼ੂਰ ਸਾਹਿਬ ਹੀ ਹੈ। ਹੁਣ ਤੇ ਸਿੱਖਾਂ ਦੀ ਇਹੋ ਜਿਹੀ ਆਸਥਾ ਹੋ ਚੁੱਕੀ ਹੈ, ਹੁਣ ਵਾਰ-ਵਾਰ ਗੁਰੂ ਕੋ ਜਾਸਾ। ਕੀ ਉੱਥੇ ਆਂਦੀ ਮਾਇਆ ਚੜਾਵਾ ਤੇ ਜਾਂ ਫਿਰ ਉੱਥੇ ਕਈ ਵਾਰ ਜਿਵੇਂ ਉਹ ਮਾਸ ਦੀ ਮੀਟ ਦੀਆਂ ਦੁਕਾਨਾਂ ਆਸ-ਪਾਸ ਖੁੱਲੀਆਂ ਹੋਣੀਆਂ, ਉਸ ਤੇ ਇਤਰਾਜ਼ ਨਾ ਹੋਣਾ, ਇਹੋ ਜਿਹੀਆਂ ਗੱਲਾਂ ਵੀ ਵਿਸ਼ਾ ਹੈਗੀਆਂ ਨੇ? ਭਾਈਚਾਰਾ ਵੀ ਹੈਗਾ, ਪਰ ਜੋ ਉੱਥੇ ਦੇ ਲੋਕਲ ਵੀ ਹੈ ਉਹ ਗੁਰੂ ਘਰ ਦੇ ਵਿੱਚ ਬਹੁਤ ਵਿਸ਼ਵਾਸ ਕਰਦੇ ਹਨ ਔਰ ਪਤਿਤ ਪੁਣਾ ਨਹੀਂ ਹੈ, ਕੇਸਾਂ ਦੀ ਬੇਇੱਜ਼ਤੀ ਬਿਲਕੁਲ ਨਹੀਂ ਕਰਦੇ, ਨਿਤਨੇਮ ਵੀ ਹੈਗੇ ਨੇ। ਹਾਂ, ਮਾਸ ਜ਼ਰੂਰ ਖਾਂਦੇ ਨੇ, ਮਾਸ ਖਾਣਾ ਕੋਈ ਉਹ ਗਲਤ ਗੱਲ ਨਹੀਂ ਹੈਗੀ, ਜੋ ਉਹਨਾਂ ਦੇ ਮੁਤਾਬਕ ਹੈਗਾ। ਗੁਰਦੁਆਰਾ ਸਾਹਿਬ ਦੇ ਪ੍ਰਿੰਸੈਸ ਦੇ ਵਿੱਚ ਦੁਕਾਨਾਂ ਖੁੱਲੀਆਂ ਹੋਈਆਂ ਨੇ? ਨਹੀਂ, ਇਹ ਬਿਲਕੁਲ ਗਲਤ ਸਟੇਟਮੈਂਟ ਹੈਗੀ ਹੈ। ਗੁਰਦੁਆਰੇ ਦੇ ਅੰਦਰ ਕੋਈ ਉਹ ਨਹੀਂ ਹੈ, ਬਾਹਰਲੇ ਪਾਸੇ ਕਹਿੰਦੇ ਬਾਹਰ ਹੈਗੀ, ਬਾਹਰ ਤੇ ਹਰ ਸ਼ਹਿਰ ਵਿੱਚ ਵੀ ਹੋ ਸਕਦੀ ਹੈ। ਉਸ ਤੋਂ ਬਾਅਦ ਆਪ ਜੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਚਲੇ ਗਏ ਸੀ, ਉੱਥੇ ਵੀ ਕੰਟਰੋਵਰਸੀ ਬੜੀ ਆ ਰਹੀ ਹੈ, ਵਿਵਾਦ ਬੜੇ ਖੜੇ ਹੋਣੇ ਨੇ, ਔਰ ਖੱਟਰ ਸਾਹਿਬ ਨੇ ਬਕਾਇਦਾ ਤੁਹਾਡਾ ਸਨਮਾਨ ਵੀ ਕੀਤਾ ਜਦੋਂ ਤੁਸੀਂ ਜੁਆਇਨ ਕੀਤਾ ਸੀਗਾ, ਤੇ ਉਹ ਤੁਸੀਂ ਬੜੀ ਛੇਤੀ ਉੱਥੋਂ ਵੀ ਸੇਵਾ ਛੱਡ ਆਏ। ਵਜ੍ਹਾ ਏਮ ਹੈ ਉਹ ਗੁਰੂ ਘਰ ਦੀ ਸੱਚੀ ਸੁੱਚੀ ਸੇਵਾ ਕਰਨੀ ਹੈ। ਮੈਂ ਲੇਖਾ ਰਾਜਨੀਤੀ ਤੋਂ ਪਰੇ ਹੋ, ਰਾਜਨੀਤੀ ਤੋਂ ਪਰਾਂ ਲੇਖਾ ਮੈਂ ਅਕਾਲ ਪੁਰਖ ਨੂੰ ਦੇਣਾ, ਬੰਦਿਆਂ ਨੂੰ ਨਹੀਂ ਦੇਣਾ। 7 ਮਾਰਚ 2012 ਨੂੰ ਡਾਕਟਰ PS ਮਸੀਤਾ ਜੀ ਨੂੰ ਉੱਥੋਂ ਚੇਂਜ ਕਰਕੇ ਜੋ ਉੱਥੋਂ ਦੇ ਕਲੈਕਟਰ ਸੀ ਉਹਨਾਂ ਨੂੰ ਚਾਰਜ ਦਿੱਤਾ ਗਿਆ। ਸਿੱਖ ਘੱਟ ਨੇ, ਪੰਜਾਬੀ ਘੱਟ ਨੇ, ਹਿੰਦੂ ਆਪਣੀ ਉੱਥੇ ਕੁਝ ਚਾਹੁੰਦੇ ਨੇ ਆਪਣੀ ਪਾਵਰ, ਵਜ੍ਹਾ ਲੋਕਲ ਸਿੱਖ ਚਾਹੁੰਦੇ ਸੀ ਕਿ ਵੀ ਉਹਨਾਂ ਦਾ ਆਪਣਾ ਹੀ ਜੋ ਬੋਰਡ ਹੈ ਉਹਦੇ ਮੁਤਾਬਕ ਕੰਮ ਹੋਏ। ਤੁਸੀਂ ਵੀ ਜਦੋਂ ਉੱਥੇ ਆਪਣਾ ਜੁਆਇਨ ਕੀਤਾ, ਸੇਵਾ ਦਾ ਮੌਕਾ ਮਿਲਿਆ, ਬੜਾ ਚੈਲੰਜਿੰਗ ਪੀਰੀਅਡ ਸੀ ਤੁਹਾਡਾ, ਸਾਰਾ ਚੁਣੌਤੀ ਵਾਲਾ ਪੀਰੀਅਡ ਸੀ, ਤੇ ਫਿਰ ਤੁਹਾਨੂੰ ਵੀ ਇੱਕਦਮ ਸਾਈਡ ਤੇ ਕੀਤਾ ਗਿਆ ਸੀ? ਨਹੀਂ ਜੀ, ਮਹਾਰਾਜ ਦੀ ਕਿਰਪਾ ਨਾਲ ਬਹੁਤ ਹੀ ਅੱਛਾ ਮਿਲ ਜੁਲ ਕੇ ਕੰਮ ਹੋਇਆ। ਹੋ ਸਕਦਾ ਕਿ ਤੁਹਾਡਾ ਜਿਹੜਾ ਕਹਿ ਲਓ ਵੀ ਆਪਾਂ ਦਬੰਗ ਤਰੀਕਾ ਸੀ, ਹਾਂ ਬਿਲਕੁਲ ਇਹਦੇ ਪਸੰਦ ਨਹੀਂ ਵੀ ਆਉਂਦਾ, ਹਾਂ ਬਿਲਕੁਲ ਇਹਦੇ ਕੋਈ ਸ਼ੱਕ ਨਹੀਂ ਹੈਗਾ। ਜਨਵਰੀ 2011 ਦੀ ਗੱਲ ਹੈਗੀ ਹੈ, ਜੋ ਦਾਸ ਤੇ ਵੀ ਅਟੈਕ ਹੋਏ, ਪਰ ਜੋ ਪ੍ਰਭ ਆਵੇ ਬੇਇਨਸਾਫ ਤੇ ਰੱਖੇ, ਅਕਾਲ ਪੁਰਖ ਨੂੰ ਲੇਖਾ ਦੇਣਾ, ਉਸ ਮੁਤਾਬਕ ਅਸੀਂ ਆਪ ਕੰਮ ਕਰਦੇ ਰਹੇ। ਡਿਵੈਲਪਮੈਂਟ ਦੇ ਆਪ ਸਾਈ ਹੋਆ, ਸੱਚੇ ਦਾ ਸੱਚਾ ਟੋਆ, ਅੱਛਾ ਕੰਮ ਨਿਭਾਇਆ। ਉਸ ਤੋਂ ਬਾਅਦ ਦੁਬਾਰਾ ਮੈਨੂੰ ਅਸ਼ੋਕ ਚੌਹਾਨ ਜੀ ਉਹਨਾਂ ਨੇ 24/7/15 ਨੂੰ ਮੈਨੂੰ ਉਸ ਵੇਲੇ ਕਿਸ ਪਾਵਰ ਸੀ? ਪਹਿਲਾਂ CM ਰਹੇ ਤੇ ਫਿਰ ਉਦੋਂ ਮਿਨਿਸਟਰ ਸੀ। ਹਾਂਜੀ ਹਾਂਜੀ, ਵੀ ਆਓ ਤੁਸੀਂ ਇਹ ਦੁਬਾਰਾ ਕੰਮ ਸਾਰਾ ਇੱਥੇ ਡੀਰੇਲ ਹੋ ਗਿਆ, ਜੋ ਤੁਸੀਂ ਸਿਸਟਮ ਪ੍ਰੋਸੀਜਰ ਬਣਾਇਆ ਸੀ ਉਹਨੂੰ ਆ ਕੇ ਰਿਵਾਈਵ ਕਰੋ। ਅੱਛਾ ਸਾਹਿਬ ਜਦੋਂ ਸੀਗੇ ਉਹਨਾਂ ਨੂੰ ਵੀ ਇੱਕਦਮ ਹਟਾ ਦਿੱਤਾ ਗਿਆ ਸੀ? 7 ਮਾਰਚ 2012 ਨੂੰ ਉਹਨਾਂ ਨੂੰ ਇੱਕਦਮ ਹਟਾ ਦਿੱਤਾ। ਉਹਦੇ ਕੋਈ ਲੋਕਲ ਜਿਹੜੇ ਸੀ ਬੰਦੇ ਉਹ ਕੰਪਲੇਂਟਸ ਵਗੈਰਾ ਕਰਦੇ ਸੀ। ਸਤਿ ਸ਼੍ਰੀ ਅਕਾਲ, ਸਾਡੀ ਇੱਕ ਖਾਸ ਪੇਸ਼ਕਸ਼ ਦੇਖਣ ਵਾਲਿਆਂ ਦਾ ਬਲਜੀਤ ਮਰਵਾਹਾ ਵੱਲੋਂ ਸਵਾਗਤ। ਸਾਡੇ 5 ਤਖਤਾਂ ਚੋਂ ਇੱਕ ਤਖਤ ਸ਼੍ਰੀ ਹਜੂਰ ਸਾਹਿਬ ਅਬਚਲ ਨਗਰ ਨਾਂਦੇੜ। ਇੱਕ ਵਿਵਾਦ ਅੱਜ ਕੱਲ੍ਹ ਦੇਖਣ ਨੂੰ ਮਿਲ ਰਿਹਾ ਹੈ ਕਿ ਉੱਥੇ ਜਿਹੜੇ IS ਅਧਿਕਾਰੀ ਨੇ ਅਭਿਜੀਤ ਰਾਉਤ, ਉਹਨਾਂ ਨੂੰ ਉੱਥੇ ਦੀ ਸਾਰੀ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ, ਤੇ ਇੱਕ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਸਿੱਖਾਂ ਦੇ ਤਖਤ ਨੂੰ ਇੱਕ ਹਿੰਦੂ ਦੇ ਹਵਾਲੇ ਕਰ ਦਿੱਤਾ ਗਿਆ ਹੈ, ਤੇ ਹਿੰਦੂ ਵੀ ਉਹ ਹੈ ਜਿਹੜਾ ਕਿ ਪੰਜਾਬੀ ਨਹੀਂ ਹੈ, ਗੈਰ ਪੰਜਾਬੀ ਹੈਗਾ, ਜਿਸ ਨਾਲ ਕਿ ਸਿੱਖਾਂ ਦੇ ਆਪਣਾ ਕਹਿ ਲਓ ਵੀ ਧਰਮ ਨਾਲ ਜਾਂ ਉਹਨਾਂ ਦੀਆਂ ਧਾਰਮਿਕ ਰੀਤੀ ਰਿਵਾਜਾਂ ਨਾਲ, ਰਸਮਾਂ ਨਾਲ ਛੇੜਛਾੜ ਕੀਤੀ ਜਾ ਰਹੀ ਹੈ। ਸੋ ਅੱਜ ਅਸੀਂ ਤੁਹਾਡੀ ਮੁਲਾਕਾਤ ਇੱਕ ਅਜਿਹੇ ਸ਼ਖਸ ਨਾਲ ਕਰਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਉੱਥੇ ਹਜੂਰ ਸਾਹਿਬ ਵਿਖੇ ਬਤੌਰ OSD ਆਫੀਸਰ ਔਨ ਸਪੈਸ਼ਲ ਡਿਊਟੀ, ਬਤੌਰ CEO ਚੀਫ ਐਗਜ਼ੀਕਿਊਟਿਵ ਆਫੀਸਰ ਤੇ ਸੁਪਰਡੈਂਟ ਇੱਕ ਦਹਾਕੇ ਤੋਂ ਵੀ ਜ਼ਿਆਦਾ ਸਮਾਂ ਸੇਵਾ ਕੀਤੀ ਹੈ। ਮੈਂ ਗੱਲ ਕਰ ਰਿਹਾ DP ਸਿੰਘ ਉਹਨਾਂ ਦੀ, ਸਾਡੇ ਨਾਲ ਇਸ ਵੇਲੇ ਮੌਜੂਦ ਨੇ। ਔਰ ਕਿੱਦਾਂ ਦੀ ਇਹ ਕੰਟਰੋਵਰਸੀ ਹੈ, ਕੀ ਇਹਦੇ 'ਚ ਕੋਈ ਸਾਜ਼ਿਸ਼ ਹੈ, ਰਾਜਨੀਤੀ ਹੈ? ਜਿਹੜੇ ਸਾਬਕਾ IPS ਨੇ ਪਰਮਿੰਦਰ ਸਿੰਘ ਪਸਰੀਚਾ, ਉਹਨਾਂ ਨੂੰ ਕਿਉਂ ਪਹਿਲਾਂ ਹਟਾਇਆ ਗਿਆ ਸੀ, ਫਿਰ ਕਿਉਂ ਲਿਆਂਦਾ ਗਿਆ ਸੀ? DP ਸਿੰਘ ਜੀ ਵੀ ਉਹੀ ਸ਼ਖਸੀਅਤ ਨੇ ਜਿਨ੍ਹਾਂ ਨੇ ਪਹਿਲਾਂ ਲੰਬਾ ਸਮਾਂ ਸੇਵਾ ਕੀਤੀ, ਫਿਰ ਹਟਾਇਆ ਗਿਆ, ਫਿਰ ਉਹਨਾਂ ਨੂੰ ਬੁਲਾਇਆ ਗਿਆ। ਸੋ ਗੱਲਬਾਤ ਕਰਦੇ ਹਾਂ ਉਹਨਾਂ ਨਾਲ। DP ਸਿੰਘ ਜੀ, ਸਾਡੇ ਚੈਨਲ ਤੇ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪਹਿਲਾਂ ਤਾਂ ਆਪ ਜੀ ਤੋਂ ਸ਼ੁਰੂਆਤ ਕਰਦੇ ਹਾਂ ਸਰਦਾਰ ਸਾਹਿਬ, ਕਿ ਜਦੋਂ ਗੱਲ ਸ਼ਾਇਦ 2010 ਕੇ 11 ਦੀ ਹੈ, ਜਦੋਂ ਉਸ ਤੋਂ ਵੀ ਪਹਿਲਾਂ ਦੀ ਹੈ ਸ਼ਾਇਦ, ਜਦੋਂ ਤੁਹਾਨੂੰ ਪਹਿਲੀ ਵਾਰ ਉੱਥੇ ਸੇਵਾ ਕਰਨ ਦਾ ਮੌਕਾ ਮਿਲਿਆ ਸੀ, ਆਪ ਜੀ ਦੀ ਚੋਣ ਉੱਥੇ ਕਿੱਦਾਂ ਹੋਈ ਸੀ?
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਗੁਰਤਾ ਗੱਦੀ ਦਿਵਸ 31 ਅਕਤੂਬਰ 2008 ਨੂੰ ਮਨਾਉਣਾ ਸੀ ਜੀ, ਉਸ ਲਈ ਡਾਕਟਰ PS ਪਸੀਚਾ ਜੀ ਜੋ ਕਿ ਕਮੇਟੀ ਦੇ ਚੇਅਰਮੈਨ ਸਾਹਿਬ ਸੀ, ਉਹਨਾਂ ਨੇ ਸਾਡੇ ਪੰਜਾਬ ਸਿਵ ਬੈਂਕ ਦੇ ਚੇਅਰਮੈਨ ਸਾਹਿਬ ਨੂੰ ਰਿਕੁਐਸਟ ਕੀਤੀ ਕਿ ਕੋਈ ਇਹੋ ਜਿਹਾ ਆਫੀਸਰ ਦਿਓ ਜਿਹੜਾ ਕਿ ਸਾਡਾ ਐਡਮਿਨਿਸਟ੍ਰੇਸ਼ਨ ਵੀ ਸੰਭਾਲ ਸਕੇ, ਜੋ ਇਵੈਂਟ ਹੈ ਇੰਟਰਨੈਸ਼ਨਲ ਲੈਵਲ ਦਾ ਉਹ ਵੀ ਹੈਂਡਲ ਕਰ ਸਕੇ। ਸੋ ਸਾਡੇ ਚੇਅਰਮੈਨ ਸਾਹਿਬ ਜੋ ਪੰਜਾਬ ਸਿਵ ਬੈਂਕ ਦੇ ਸੀ RP ਸਿੰਘ ਜੀ, ਉਹਨਾਂ ਨੇ ਸਾਰੇ GM ਦੀ ਮੀਟਿੰਗ ਕਾਲ ਕਰਕੇ ਪੁੱਛਿਆ ਤੇ ਸਾਰੇ GM ਸਾਹਿਬ ਨੇ ਦਾਸ ਦਾ ਨਾਂ ਰਿਕਮੈਂਡ ਕੀਤਾ। ਇਹ ਗੱਲ ਹੈਗੀ ਅਪ੍ਰੈਲ 2006 ਦੀ। ਮਹਾਰਾਜ ਨੇ ਕਿਰਪਾ ਕੀਤੀ ਕਿ ਬਈ ਪਸੀਚਾ ਜੀ ਨੇ ਫਿਰ ਆਪਣੇ ਚੇਅਰਮੈਨ ਸਾਹਿਬ ਨੂੰ ਰਿਕੁਐਸਟ ਕਰਕੇ ਦਾਸ ਦੀ ਅਪਾਇੰਟਮੈਂਟ ਉੱਥੇ ਲਈ ਕਰਵਾਈ ਤੇ 23/5/2006 ਨੂੰ ਐਜ਼ ਸੁਪਰੀਡੈਂਡੈਂਟ CEO ਦੇ ਤੌਰ ਤੇ ਦਾਸ ਨੇ ਹਜ਼ੂਰ ਸਾਹਿਬ ਵਿਖੇ ਜੁਆਇਨ ਕੀਤਾ ਤੇ ਅੱਗੋਂ 4 ਅਗਸਤ 2006 ਨੂੰ ਡਿਵੈਲਪਮੈਂਟ ਦਾ ਕੰਮ ਜੋ ਸੀ ਗੁਰਤਾ ਗੱਦੀ ਦਾ ਉਹ ਮਨਾਉਂਦੀ ਫਾਊਂਡੇਸ਼ਨ ਸਟੋਨ ਦਾ ਆਰੰਭ ਕੀਤਾ ਗਿਆ। ਕੇਵਲ 22 ਮਹੀਨੇ ਸੀ ਜਿਹੜਾ ਕਿ ਕੰਸਟਰਕਸ਼ਨ ਦਾ ਵੀ ਕੰਮ ਹੋਣਾ ਸੀ ਤੇ ਇਵੈਂਟ ਦੀ ਵੀ ਜੋ ਅਰੇਂਜਮੈਂਟ ਸੀ ਉਹ ਪੂਰੇ ਕਰਨੇ ਸਨ। ਇਹਦੇ ਲਈ ਬਹੁਤ ਵੱਡਾ ਕੰਟਰੀਬਿਊਸ਼ਨ ਡਾਕਟਰ PS ਪਸੀਚਾ ਦਾ ਸੀ, ਜਿਨ੍ਹਾਂ ਨੇ ਕਿ ਬੜੀ ਮਿਹਨਤ ਤੇ ਲਗਨ ਨਾਲ ਇਸ ਇਵੈਂਟ ਨੂੰ ਮਿਲ ਜੁਲ ਕੇ ਇਹ ਕਾਰਜ ਜੋ ਸੀ ਉਹ ਸਰਾਹਨਾਯੋਗ ਇੰਟਰਨੈਸ਼ਨਲ ਤੇ ਮਨਾਇਆ ਗਿਆ ਔਰ ਗਵਰਨਮੈਂਟ ਨੇ ਵੀ ਇਸ ਦੀ ਸਰਾਹਨਾ ਕੀਤੀ। ਇਹ ਕੰਮ ਚੱਲਦਾ ਰਿਹਾ ਤੇ ਦਾਸ ਨੇ ਆਪਣਾ ਜੋ ਟੈਨਿਓਰ 31/12/8 ਦਾ ਸੀ ਆਪਣੇ ਪੰਜਾਬ ਸਿਵ ਬੈਂਕ ਦੀ ਡੈਪੂਟੇਸ਼ਨ ਤੇ ਆਇਆ ਸੀ ਉਹ ਪੂਰਾ ਹੋ ਚੁੱਕਾ ਸੀ ਤੇ ਡਾਕਟਰ PS ਪਸੀਚਾ ਨੇ ਦਾਸ ਨੂੰ ਰਿਕੁਐਸਟ ਕੀਤੀ ਕਿ 3 ਸਾਲ ਦਾ ਟੈਨਿਓਰ DP ਸਿੰਘ ਜੀ ਅਗਰ ਤੁਸੀਂ ਹੋਰ ਲਗਾ ਦਿਓ ਤੇ ਸ਼ਹਿਰ ਦੀ ਗੁਰਦੁਆਰੇ ਦੀ ਕਾਇਆਕਲਪ ਹੋਰ ਆ ਜਾਏਗੀ, ਕਿਉਂਕਿ ਡਿਵੈਲਪਮੈਂਟ ਦਾ ਜੋ ਕੰਮ ਹੈ ਉਹ ਪੂਰਾ ਹੋ ਜਾਏਗਾ। तो मैं कोई ऑब्जेक्शन नहीं किया, मैं कहा जी मैं घरों ते आया होया, कोई गल नहीं, जे महाराज का काम होर संवर सकता है, शहर के अंदर होर सुधार हो सकता है तो मैं एक टैनोर होर लगा देंगा, जिहड़ा कि साडे चेयरमैन साहब RP सिंह जी उन्होंने 3 साल का टैनोर दास का वधाता। सो डिवेलपमेंट का काम जो सी महाराज की किरपा नाल वो पूरा हो गया, चलता रहा, क्योंकि ज्यों ज्यों होर टैनोर आते गए, टाइम बढ़ता गया, डिवेलपमेंट के होर प्रोजैक्ट उलीके गए तो उस तरीके नाल काफ़ी कम उत्थे हो गए। ट्रेनों का काम जो नवीं चलानियां सी, एयरपोर्ट वाला काम, इस तरीके के मुताबिक जो कंस्ट्रक्शन के काम सी, इस तरीके नाल होर भी जो अगों आपां ट्री प्लांटेशन का काम आरंभ किया सी वो शुरुआत किया गया। 7 मार्च 2012 ਨੂੰ डॉक्टर PS पसीचा जी ਨੂੰ ਉੱਥੋਂ चेंज करके जो ਉੱਥੋਂ ਦੇ कलैक्टर सी ਉਹਨਾਂ ਨੂੰ ਚਾਰਜ ਦਿੱਤਾ ਗਿਆ। ਇੱਕ ਮਿੰਟ ਰੁਕ ਰਹੇ थे, ਇਹ ਪਸੀਚਾ ਸਾਹਿਬ ਨੂੰ ਕਿਉਂ ਹਟਾਇਆ ਗਿਆ ਸੀ? ਕੁਝ ਉੱਥੋਂ ਦੇ ਲੋਕਲ ਸੰਗਤਾਂ ਵੱਲੋਂ ਕੁਝ ਆਬਜੈਕਸ਼ਨ ਸੀ ਤੇ ਉਹ ਲਗਾਤਾਰ ਸੀ ਕਿ ਵੀ ਆਪਣੇ ਇਹਨਾਂ ਨੂੰ ਚੇਂਜ ਕੀਤਾ ਜਾਏ ਤੇ ਉਸ ਮੁਤਾਬਕ ਗਵਰਨਮੈਂਟ ਨੇ ਉਹ ਡਿਸੀਜਨ ਲਿੱਤਾ। ਸਿੱਖ ਘੱਟ ਨੇ, ਪੰਜਾਬੀ ਘੱਟ ਨੇ, ਹਿੰਦੂ ਆਪਣੀ ਉੱਥੇ ਕੁਝ ਚਾਹੁੰਦੇ ਨੇ ਆਪਣੀ ਪਾਵਰ ਵਜ੍ਹਾ। ਲੋਕਲ ਸਿੱਖ ਚਾਹੁੰਦੇ ਸੀ ਕਿ ਵੀ ਉਹਨਾਂ ਦਾ ਆਪਣਾ ਹੀ ਜੋ ਬੋਰਡ ਹੈ ਉਹਦੇ ਮੁਤਾਬਕ ਕੰਮ ਹੋਏ ਤੇ ਜੋ ਆਪਣਾ ਹੀ ਉੱਥੋਂ ਦਾ ਪ੍ਰਧਾਨ ਚਾਹੁੰਦੇ ਸੀ। ਸੋ DP ਸਿੰਘ ਜਿਵੇਂ ਤੁਸੀਂ ਦੱਸਿਆ ਵੀ ਲੋਕਲ ਬੋਰਡ ਇਹ ਚੀਜ਼ ਚਾਹੁੰਦਾ ਸੀ, ਲੋਕਲ ਬੋਰਡ 'ਚ ਉੱਥੇ ਸਿੱਖ ਹੈਗੇ ਨੇ? ਸਿੱਖ ਕਾਫੀ ਹੈਗੇ ਜੀ ਤੇ ਅੱਛਾ ਉਹਨਾਂ ਦਾ ਪ੍ਰਭਾਵ ਹੈ ਉੱਥੇ ਜੀ, ਬੋਰਡ ਹੈਗਾ ਜੀ ਔਰ ਹੁਣ ਆਪਣੇ ਸਿੱਖ ਹੈਗੇ ਉਹ ਆਪਣੇ ਕੇਸਾਂ ਦੀ ਬੇਇੱਜ਼ਤੀ ਨਹੀਂ ਕਰਦੇ ਔਰ ਨਿਤਨੇਮੀ ਹੈਗੇ ਜੀ, ਨਿਤਨੇਮੀ ਹੈਗੇ ਤੇ ਮਹਾਰਾਜ ਦੀ ਕਿਰਪਾ ਨਾਲ ਚੜ੍ਹਦੀਆਂ ਕਲਾਂ ਵਾਲੇ ਸਿੰਘ ਹੈਗੇ, ਇਹਦੇ ਕੋਈ ਸ਼ੱਕ ਨਹੀਂ ਜੀ ਔਰ ਇਹਦੇ ਕੋਈ ਸ਼ੱਕ ਨਹੀਂ ਕਿ ਵੀ ਉਹ ਜ਼ਿਆਦਾ ਪੜ੍ਹੇ ਲਿਖੇ ਨਹੀਂ ਪਰ ਉਹ ਗੁੜੇ ਜ਼ਰੂਰ ਹੋਏ ਹਨ ਤੇ ਐਨੀ ਹਾਓ ਉਹ ਕਲੈਕਟਰ ਡਾਕਟਰ ਸ੍ਰੀਕਰ ਪਰਦੇਸੀ ਸਾਹਿਬ ਸੀ, ਉਹਨਾਂ ਨੂੰ ਚਾਰਜ ਦਿੱਤਾ ਗਿਆ। ਇਹ ਗੱਲ ਹੈਗੀ 7 ਮਾਰਚ 2012 ਦੀ। ਜਿਹੜੇ ਪਰਦੇਸੀ ਸਾਹਿਬ ਸੀਗੇ ਉਹ ਸਿੱਖ ਸੀ ਜਾਂ ਹਿੰਦੂ ਸੀ? ਕੌਣ? ਸਹਿਜਧਾਰੀ ਸੀ ਜੀ, ਸਹਿਜਧਾਰੀ ਸੀ ਔਰ ਆਪਣੇ ਭਗਤ ਨਾਮਦੇਵ ਜੀ ਦੀ ਆਪਣੇ ਅੰਸ਼ ਉਹ ਚੱਲਦੇ ਆ ਰਹੇ ਹਨ। ਅੱਛਾ ਜੀ, ਸਿੰਬਾ ਕਾਸੇ। ਹਾਂਜੀ, ਤੁਸੀਂ ਵੀ ਜਦੋਂ ਉੱਥੇ ਆਪਣਾ ਜੁਆਇਨ ਕੀਤਾ ਸੀ, ਸੇਵਾ ਦਾ ਮੌਕਾ ਮਿਲਿਆ, ਬੜਾ ਚੈਲੰਜਿੰਗ ਪੀਰੀਅਡ ਸੀ ਤੁਹਾਡਾ, ਸਾਰਾ ਚੁਣੌਤੀ ਵਾਲਾ ਪੀਰੀਅਡ ਸੀ ਤੇ ਫਿਰ ਤੁਹਾਨੂੰ ਵੀ ਇਹ ਇੱਕਦਮ ਸਾਈਡ ਤੇ ਕੀਤਾ ਗਿਆ ਸੀ? ਨਹੀਂ ਜੀ, ਮਹਾਰਾਜ ਦੀ ਕਿਰਪਾ ਨਾਲ ਬਹੁਤ ਹੀ ਅੱਛਾ ਮਿਲ ਜੁਲ ਕੇ ਕੰਮ ਹੋਇਆ ਔਰ ਕਿਉਂਕਿ ਰਿਕਾਰਡਡ ਫੈਕਟ ਹੈਗੇ ਜੀ, 22 ਮਹੀਨਿਆਂ ਚ ਇਨੀ ਕੰਸਟਰਕਸ਼ਨ ਹੋ ਗਈ, ਔਨ ਰਿਕਾਰਡਡ ਹੈਗਾ ਜੀ, ਫੈਕਚੁਅਲ ਪੋਜੀਸ਼ਨ ਹੈਗੀ, ਇਹਦੇ ਚ ਇੱਕ ਡੈਸੀਮਲ ਦਾ ਵੀ ਫਰਕ ਨਹੀਂ ਹੋਏਗਾ। ਬੜੇ ਅੱਛੇ ਤਰੀਕੇ ਨਾਲ ਗੁਰਪੁਰਬ ਮਨਾਇਆ ਗਿਆ, ਗੁਰਤਾ ਗੱਦੀ ਵਾਲਾ ਡਿਵੈਲਪਮੈਂਟ ਦੇ ਕਾਰਜ ਆਰੰਭ ਕੀਤੇ ਗਏ। ਥੋੜਾ ਬਹੁਤਾ ਚੱਲਦਾ ਹੀ ਹੈ, ਲੋਕ ਚੌਕ ਚੱਲਦੀ ਹੈ, ਇਹਦੇ ਕੋਈ ਉਹ ਨਹੀਂ, ਕਿਉਂਕਿ ਹੋ ਸਕਦਾ ਕਿ ਤੁਹਾਡਾ ਜਿਹੜਾ ਕਹਿ ਲਓ ਵੀ ਆਪਾਂ ਦਬੰਗ ਤਰੀਕਾ ਸੀ, ਹਾਂ ਬਿਲਕੁਲ ਇਹਦੇ ਪਸੰਦ ਨਹੀਂ ਵੀ ਆਉਂਦਾ, ਹਾਂ ਬਿਲਕੁਲ ਇਹਦੇ ਕੋਈ ਸ਼ੱਕ ਨਹੀਂ ਹੈਗਾ। ਹਾਂਜੀ, ਕਿਉਂਕਿ ਮੈਨੂੰ ਵੀ
ਇਹੋ ਜਿਹੇ ਕੰਸੀਕੁਐਂਸ ਫੇਸ ਕਰਨੇ ਪਏ। ਜੀ ਜੀ। ਈਵਨ ਮੇਰੇ ਤੇ ਵੀ ਅਟੈਕ ਵੀ ਹੋਏ। ਅੱਛਾ। ਹਾਂਜੀ, ਪਹਿਲੀ 7 ਜਨਵਰੀ 2007 ਦੀ ਗੱਲ ਹੈਗੀ ਹੈ। ਉਹ YouTube ਤੇ ਵੀ ਹੈਗੇ ਫੈਕਟ, ਇਹਦੇ ਕੋਈ ਉਹ ਨਹੀਂ ਹੈ। ਉਸ ਤੋਂ ਉਪਰੰਤ 17/4/2009 ਦੀ ਗੱਲ ਹੈਗੀ ਹੈ। ਫਿਰ 25 ਆਪਣੇ ਜਨਵਰੀ 2011 ਦੀ ਗੱਲ ਹੈਗੀ ਹੈ, ਜੋ ਦਾਸ ਤੇ ਵੀ ਅਟੈਕ ਹੋਏ। ਪਰ ਜੋ ਪ੍ਰਭ ਪਾਵੇ ਬਿਨ ਸਾਸ ਤੇ ਰਾਖੇ। ਇਸ ਕਰਕੇ ਮੇਰਾ ਜੋ ਨਿਸ਼ਚਾ ਅਕਾਲ ਪੁਰਖ ਤੇ ਸੀ, ਅਸੀਂ ਅਕਾਲ ਪੁਰਖ ਨੂੰ ਲੇਖਾ ਦੇਣਾ, ਉਸ ਮੁਤਾਬਕ ਅਸੀਂ ਕੰਮ ਕਰਦੇ ਰਹੇ ਡਿਵੈਲਪਮੈਂਟ ਦੇ। ਆਪ ਸਾਈ ਹੋਆ ਸੱਚੇ ਦਾ ਸੱਚਾ ਟੋਆ, ਤੇ ਕੰਮ ਬਹੁਤ ਸੋਹਣਾ ਚੱਲਿਆ। ਆਖਿਰਕਾਰ ਮੈਨੂੰ 22 ਅਕਤੂਬਰ 2013 ਨੂੰ ਉੱਥੋਂ ਚਾਰਜ ਜੋ ਉੱਥੇ ਸੈਕੰਡ ਮੈਨ ਸੀ ਉਹ ਦੇਣਾ ਪਿਆ। ਉਹ ਚਾਰਜ ਦੇ ਕੇ ਮੈਂ ਇੱਥੇ ਵਾਪਸ ਆ ਗਿਆ। ਨਿਸ਼ਾ ਆਪਣੇ ਸਿਕਿਉਰਿਟੀ ਕੰਪਨੀ ਹੈ, ਉਹਦੇ 'ਚ ਦਾਸ ਦੀ ਸੇਵਾ ਲੱਗੀ ਹੈ। ਆਪਣੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ, ਉਹ ਮੇਰੇ ਕੋਲ ਪੂਰਾ ਨਾਰਥ ਜ਼ੋਨ ਸੀ। ਅੱਛਾ ਕੰਮ ਨਿਭਾਇਆ। ਉਸ ਤੋਂ ਬਾਅਦ ਦੁਬਾਰਾ ਮੈਨੂੰ ਅਸ਼ੋਕ ਚੌਹਾਨ ਜੀ, ਉਹਨਾਂ ਨੇ 24/7/15 ਨੂੰ ਮੈਨੂੰ ਉਸ ਵੇਲੇ ਕਿਸ ਪਾਵਰ ਸੀਗੇ ਚੌਹਾਨ? ਪਹਿਲਾਂ ਸੀਐਮ ਰਹੇ ਤੇ ਫਿਰ ਉਦੋਂ ਮਿਨਿਸਟਰ ਸੀ ਜੀ। ਅੱਛਾ, ਉਦੋਂ ਮੰਤਰੀ ਸੀ। ਹਾਂਜੀ ਹਾਂਜੀ। ਐਜ਼ ਅ ਮਿਨਿਸਟਰ ਨੇ ਤੁਹਾਨੂੰ ਬੁਲਾਇਆ? ਹਾਂਜੀ, ਵੀ ਆਓ ਤੁਸੀਂ ਇਹ ਦੁਬਾਰਾ ਕੰਮ ਸਾਰਾ ਇੱਥੇ ਡਿਰੇਲ ਹੋ ਗਿਆ, ਜੋ ਤੁਸੀਂ ਸਿਸਟਮ ਐਂਡ ਪ੍ਰੋਸੀਜਰ ਬਣਾਇਆ ਸੀ ਉਹਨੂੰ ਆ ਕੇ ਰਿਵਾਈਵ ਕਰੋ। ਬਿਲਕੁਲ ਠੀਕ। ਤੇ ਉਦੋਂ ਫਿਰ ਦਾਸ ਨੇ ਮਨਾ ਕਿ ਮੈਂ ਇੱਧਰ ਸੈਟਲ ਹੋਇਆ। ਫਿਰ ਮੈਨੂੰ ਜਥੇਦਾਰ ਸਾਹਿਬ ਵੱਲੋਂ ਤੇ ਇੱਕ ਬੋਰਡ ਜੋ ਡਾਇਰੈਕਟਰ ਸੀ ਹੈਦਰਾਬਾਦ ਵਾਲੇ, ਉਹ ਸਪੈਸ਼ਲੀ ਮੈਨੂੰ ਮਿਲਣ ਲਈ ਆਏ ਤੇ ਉਹਨਾਂ ਨੇ ਰਿਕੁਐਸਟ ਕੀਤੀ। ਤੇ ਫਰਵਰੀ ਦੇ ਵਿੱਚ ਮੈਨੂੰ ਸਰ ਤਾਰਾ ਸਿੰਘ ਜੀ ਜੋ MLA ਸੀ, ਪ੍ਰਧਾਨ ਸੀ ਗੁਰਦੁਆਰਾ ਬੋਰਡ ਦੇ, ਉਹਨਾਂ ਨੇ ਮੈਨੂੰ ਸਪੈਸ਼ਲ ਬੁਲਾਇਆ। ਟਿਕਟਾਂ ਵੀ ਟਿਕਟਾਂ ਭੇਜੀਆਂ ਵੀ ਤੁਸੀਂ ਮੀਟਿੰਗ ਕਰੋ, ਇੱਥੇ ਜੁਆਇਨ ਕਰੋ। ਆਖਿਰਕਾਰ 2 ਮਾਰਚ 2016 ਨੂੰ ਮੈਂ ਫਿਰ ਆਪਣੀ ਕੰਸੈਂਟ ਦੇਤੀ ਤੇ ਜਿਹਦੇ ਨਾਲ ਮੈਂ 1/6/2016 ਨੂੰ ਉੱਥੇ ਦੁਬਾਰਾ ਆਪਣੇ ਜੁਆਇਨ ਕਰਨ ਲਈ OSD ਦੇ ਤੌਰ ਤੇ ਗਿਆ। ਤੇ ਅਸਰੀਚਾ ਸਾਹਿਬ ਜਦੋਂ ਸੀਗੇ ਉਹਨਾਂ ਨੂੰ ਵੀ ਇੱਕਦਮ ਹਟਾ ਦਿੱਤਾ ਗਿਆ ਸੀਗਾ। 7 ਮਾਰਚ 2012 ਨੂੰ ਉਹਨਾਂ ਨੂੰ ਇੱਕਦਮ ਹਟਾ ਦਿੱਤਾ ਸੀ। ਉਹ ਵਜ੍ਹਾ ਕੀ ਰਹੀ ਸੀ? ਮਾਹੌਲ ਕੀ ਬਣਿਆ ਸੀ? ਉਹਦੇ ਕੋਈ ਲੋਕਲ ਜਿਹੜੇ ਸੀ ਬੰਦੇ, ਉਹ ਕੰਪਲੇਂਟਸ ਵਗੈਰਾ ਕਰਦੇ ਸੀ ਜੀ। ਅੱਛਾ ਜੀ। ਉਸ ਮੁਤਾਬਕ ਕਿਹਾ ਸੀ। ਬਾਕੀ ਫੈਕਚੁਅਲ ਪੋਜੀਸ਼ਨ ਦੇ ਮੁਤਾਬਕ ਤੇ ਉਹਨਾਂ ਦਾ ਕੰਮ ਬੜਾ ਅੱਛਾ ਰਿਹਾ ਜੀ, ਕਿਉਂਕਿ ਉਹਨਾਂ ਨੇ ਅੱਛਾ ਆਪਣੇ ਨਵੰਬਰ 2005 ਤੋਂ ਲੈ ਕੇ 7 ਮਾਰਚ 2012 ਤੱਕ ਕੰਮ ਕੀਤਾ ਹੈਗਾ। ਇੰਟਰਨੈਸ਼ਨਲ ਲੈਵਲ ਦਾ ਜੋ ਫੰਕਸ਼ਨ ਸੀ ਬੜਾ ਅੱਛਾ, ਤੇ ਜੋ ਕੰਸਟਰਕਸ਼ਨ ਦੇ ਕੰਮ, ਡਿਵੈਲਪਮੈਂਟ ਦੇ ਕੰਮ ਸੀ, ਉਹ ਅੱਛੇ ਪੂਰੇ ਕੰਪਲੀਟ ਹੋਏ ਜਿਸ ਤਰੀਕੇ ਨਾਲ। ਪਰ ਐਨੀ ਹਾਊ ਥੋੜਾ ਬਹੁਤਾ ਹੁੰਦਾ ਹੀ ਹੈ, ਕਿਉਂਕਿ ਸਿਸਟਮ ਬਣਿਆ ਹੋਇਆ, ਚੇਂਜ ਹਰ ਬੰਦਾ ਚਾਹੁੰਦਾ ਤੇ ਉਸ ਮੁਤਾਬਕ ਉਹ ਚੇਂਜ ਹੋ ਗਏ। ਉਸ ਤੋਂ ਬਾਅਦ ਦੁਬਾਰਾ ਬੁਲਾਇਆ ਗਿਆ ਸੀ? ਨਹੀਂ ਜੀ, ਉਸ ਤੋਂ ਬਾਅਦ ਫਿਰ ਦੁਬਾਰਾ ਗੁਰਦੁਆਰਾ ਬੋਰਡ ਦੇ ਇਲੈਕਸ਼ਨ ਦਸੰਬਰ 12 ਦੇ ਵਿੱਚ ਹੋਏ। ਦਾਸ ਉਸ ਟਾਈਮ ਉੱਥੇ ਹੀ ਸੀ, ਕਿਉਂਕਿ ਉਸ ਤੋਂ ਪਹਿਲਾਂ ਵੀ ਕਲੈਕਟਰ ਕੋਲ ਚਾਰਜ ਸੀ, ਮਿਸਟਰ ਕਾਲਮ ਕਰਕੇ ਸੀ, 2000 ਦੀ ਗੱਲ ਹੈਗੀ। ਉਦੋਂ ਵੀ ਉਹ ਮੁਹੰਮਦ ਸੀ, ਉਹਦੇ ਕੋਲ ਆਪਣੇ ਚਾਰਜ ਆਇਆ ਸੀ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦਾ। ਤੇ ਉਸ ਤੋਂ ਬਾਅਦ ਡਾਕਟਰ ਸ੍ਰੀਕਰ ਪਰਦੇਸੀ ਜੀ ਕੋਲ ਆਇਆ, ਜਿਨ੍ਹਾਂ ਦਾ ਜਨਮ ਦਿਨ ਕੱਲ ਹੈਗਾ, ਡਾਕਟਰ ਸ੍ਰੀਕਰ ਪਰਦੇਸੀ ਜੀ ਦਾ। ਬਹੁਤ ਹੀ ਅੱਛੇ ਸੂਝਵਾਨ ਸੀ ਉਹ ਵੀ, ਤੇ ਭਗਤ ਨਾਮਦੇਵ ਜੀ ਦੇ ਉਹਦੇ ਚ ਆਪਣੇ ਆਂਸੀ ਤੋਂ ਹੀ ਹੈਗੇ ਨੇ। ਤੇ ਇਹ ਚੱਲਦਾ ਰਿਹਾ। ਤੇ ਉਸ ਤੋਂ ਬਾਅਦ ਦਾਸ ਨੇ ਜਦੋਂ ਸੈਕੰਡ ਟਰਮ ਉੱਥੇ ਲਗਾਈ, ਉਦੋਂ ਵੀ ਬਹੁਤ ਸੋਹਣੇ ਕੰਮ ਹੋਏ। ਦੁਬਾਰਾ ਜੋ ਆਪਣੇ 에ਅਰ ਲਿੰਕ ਸਰਵਿਸ ਸੀ ਉਹ ਰਿਵਾਈਵ ਕਰਵਾਈਆਂ। 에ਅਰ ਇੰਡੀਆ ਦੀ ਅੰਮ੍ਰਿਤਸਰ ਤੋਂ, ਦਿੱਲੀ ਤੋਂ, ਚੰਡੀਗੜ੍ਹ ਤੋਂ ਸੇਵਾਵਾਂ ਚਾਲੂ ਕਰਵਾਈਆਂ। ਬੰਬੇ ਤੋਂ, ਹੈਦਰਾਬਾਦ ਤੋਂ ਵੀ, ਜਿੱਥੋਂ ਮਤਲਬ ਜ਼ਿਆਦਾ ਸੰਗਤ ਆਉਂਦੀ ਹੈ, ਬਹੁਤ ਜਿੱਥੋਂ ਜੀ ਪੂਰੇ। ਹਾਂ, ਔਰ ਉਹਨਾਂ ਦੇ ਕਨੈਕਸ਼ਨ ਇਹੋ ਜਿਹੇ ਰੱਖੇ ਸੀ ਤਾਂ ਜੋ ਵੀ ਦੂਜੇ ਸਿਟੀ ਹੈ ਨਾ, ਉਹਨਾਂ ਨਾਲ ਵੀ ਅੱਛਾ ਉਹਨਾਂ ਨਾਲ ਲਿੰਕ ਮਿਲ ਜਾਏ। ਬਿਲਕੁਲ ਠੀਕ। ਤੇ ਇਸ ਤੋਂ ਇਲਾਵਾ ਦਾਸ ਨੇ ਕੋਈ 16 ਦੇ ਕਰੀਬ ਨਵੀਆਂ ਟ੍ਰੇਨਾਂ ਇੰਟਰੋਡਿਊਸ ਕਰਾਈਆਂ। 16 ਦੇ ਕਰੀਬ ਹੈਗੀਆਂ। ਜਿਹੜੀ ਜੰਮੂ ਵਾਲੀ ਹੈਗੀ ਹੈ, ਅੰਮ੍ਰਿਤਸਰ ਤੋਂ ਵੀਕਲੀ ਹੈਗੀ ਹੈ, ਗੰਗਾ ਨਗਰ ਤੋਂ 3 ਹੈਗੀਆਂ, ਕਲਕੱਤਾ ਤੋਂ ਹੈ, ਪਟਨਾ ਸਾਹਿਬ ਤੋਂ ਹੈ, ਇਸ ਤਰੀਕੇ ਨਾਲ ਕਾਫੀ। ਇਸ ਤੋਂ ਇਲਾਵਾ ਆਪਣੇ ਜੋ ਸੱਚਖੰਡ ਟ੍ਰੇਨ ਹੈਗੀ ਹੈ, ਬਹੁਤ ਹੀ VIP ਟ੍ਰੇਨ ਹੈਗੀ। ਇਹਨਾਂ ਦੇ 97 ਕੋਚ ਜਿਹੜੇ ਸੀ ਉਹ ਅਸੀਂ ਨਵੇਂ ਚੇਅਰਮੈਨ ਸਾਹਿਬ ਨੂੰ ਰਿਕੁਐਸਟ ਕਰਕੇ ਚੇਂਜ ਕਰਾਏ। ਇਸੇ ਤਰੀਕੇ ਨਾਲ ਗੰਗਾ ਨਗਰ ਦੇ ਜੋ 3 ਰੈਕ ਸੀ, 57 ਦੇ ਕਰੀਬ ਕੋਚ ਸੀ, ਉਹ ਵੀ ਚੇਂਜ ਕਰਾਏ। ਅੱਛਾ, ਇੱਕ ਗੱਲ ਕਰੀਏ ਜਿਹੜਾ ਹੁਣ IAS ਅਧਿਕਾਰੀ, ਈਵਨ ਲਿਫਟ ਵੀ ਉੱਥੇ ਰੇਲਵੇ ਸਟੇਸ਼ਨ ਤੇ ਸਪੈਸ਼ਲ ਲੱਗੀ, ਐਸਕੇਲੇਟਰ ਵੀ ਸਭ ਤੋਂ ਪਹਿਲਾਂ ਉੱਥੇ ਲੱਗੇ ਤਾਂ ਜੋ ਬਜ਼ੁਰਗਾਂ ਦੀ ਫੈਸਿਲਿਟੀ ਲਈ, ਕਿਉਂਕਿ ਉੱਥੇ ਹਰ ਤਰੀਕੇ ਨਾਲ 2100 ਕਿਲੋਮੀਟਰ ਤੋਂ ਸੰਗਤ ਜਾਂਦੀ। ਸਾਡੇ ਮਨ ਦੀ ਇੱਛਾ ਉਹੀ ਹੁੰਦੀ ਹੈ ਕਿ ਇੰਨੀ ਦੂਰੋਂ ਕੋਈ ਸੰਗਤ ਚੱਲ ਕੇ ਆ ਰਹੀ ਮਹਾਰਾਜ ਦੇ ਦਰਸ਼ਨ, ਉਹਨਾਂ ਨੂੰ ਹਰ ਤਰੀਕੇ ਦੀ ਉੱਥੇ ਸੁਵਿਧਾਵਾਂ ਦਿੱਤੀਆਂ ਜਾਣ, ਕਹਿ ਲਓ ਵੀ ਅਸੁਵਿਧਾ ਕਰਕੇ ਖਾਲੀ ਨਾ ਮੁੜਦੇ, ਤਾਂ ਜੋ ਉਹਨਾਂ ਦਾ ਆਰਾਮਦੇਹ ਸਟੇ ਹੋਵੇ।
ਵਧੀਆ ਤਰੀਕੇ ਨਾਲ ਲੰਗਰ ਪਾਣੀ ਦੀ ਸੇਵਾ, ਕਮਰੇ ਵਧੀਆ ਹੋਣ, ਸਫਾਈ ਵਗੈਰਾ ਹਰ ਐਂਗਲ ਤੋਂ ਪੂਰਾ ਧਿਆਨ ਰੱਖਿਆ ਗਿਆ ਜੀ। ਦੀਪੀ ਸਿੰਘ ਜੀ, ਇਹ ਹੁਣ ਜਿਹੜਾ ਆਈਐਸ ਅਧਿਕਾਰੀ ਅਭਿਜੀਤ ਰਾਉਤ, ਉਹਨਾਂ ਨੂੰ ਉੱਥੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਸਰਕਾਰ ਵੱਲੋਂ, ਪ੍ਰਸ਼ਾਸਨ ਵੱਲੋਂ, ਕੀ ਸਮਝਦੇ ਹੋ? ਕਈ ਬੰਦੇ ਕਹਿ ਰਹੇ ਨੇ ਕਿ ਹਿੰਦੂ ਨੂੰ ਲਾ ਕੇ ਸਿੱਖਾਂ ਤੋਂ ਖੋਇਆ ਜਾ ਰਿਹਾ ਤਖਤ ਨੂੰ, ਇਹ ਤੁਹਾਨੂੰ ਕਿਹੋ ਜਿਹੀਆਂ ਲੱਗਦੀਆਂ ਨੇ ਗੱਲਾਂ? ਦਾਸ ਇਸ ਗੱਲ ਦੇ ਵਿੱਚ ਵਿਸ਼ਵਾਸ ਨਹੀਂ ਰਹਿੰਦਾ, ਕਿਉਂਕਿ ਕਈ ਸਹਿਧਾਰੀਆਂ ਦਾ ਵਿਸ਼ਵਾਸ ਜੋ ਹੈ ਗੁਰੂ ਘਰ ਨਾਲ ਬਹੁਤ ਹੁੰਦਾ ਜੀ। ਤੋ ਵੀਰਵਾਲ ਦਿਵਸ ਪਿੱਛੇ ਉਹਨਾਂ ਨੇ ਡਾਕਟਰ ਪ੍ਰਸੀਤਾ ਜੀ ਨਾਲ ਮਿਲ ਕੇ ਬਹੁਤ ਅੱਛਾ ਮਨਾਇਆ ਗੁਰੂ ਗ੍ਰੰਥ ਸਾਹਿਬ ਭਵਨ ਦੇ ਅੰਦਰ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ। ਹੋਰ ਵੀ ਜੋ ਰਿਲੀਜੀਅਸ ਫੰਕਸ਼ਨ ਹੈ ਕਾਫੀ ਉਹਨਾਂ ਨੇ ਐਕਟਿਵ ਪਾਰਟਿਸਿਪੇਸ਼ਨ ਕੀਤਾ। ਸੋ ਮੇਰੇ ਮੁਤਾਬਕ ਤੇ ਆਪਾਂ ਨੂੰ ਇਸ ਐਂਗਲ ਤੋਂ ਨਹੀਂ ਸੋਚਣਾ ਚਾਹੀਦਾ, ਕਿਉਂਕਿ ਗੁਰੂ ਘਰ ਦਾ ਪ੍ਰੇਮੀ ਹੋਣਾ ਚਾਹੀਦਾ ਹੈ। ਸ਼ਰਧਾ ਦੀ ਗੱਲ ਹੈਗੀ ਹੈ। ਬਾਕੀ ਤੇ ਮੀਡੀਆ ਤੇ ਜੋ ਮਰਜ਼ੀ ਜਿਸ ਤਰੀਕੇ ਨਾਲ ਕੋਈ ਮਰਜ਼ੀ ਗੱਲ ਉਛਾਲੀ ਜਾਏ, ਮੈਂ ਉਸ ਗੱਲ ਵਿੱਚ ਵਿਸ਼ਵਾਸ ਨਹੀਂ ਰੱਖਦਾ। ਅੱਛਾ, ਇੱਕ ਆਪਾਂ ਗੱਲ ਕਰੀਏ, ਕਿਉਂਕਿ ਸਾਡੇ 5 ਤਖਤਾਂ ਚੋਂ ਇੱਕ ਤਖਤ ਸਾਹਿਬਾਨ ਹੈਗਾ, ਬਹੁਤ ਇੰਪੋਰਟੈਂਟ ਹੈ ਜੀ। ਬਹੁਤ ਇੰਪੋਰਟੈਂਟ ਹੈ। ਅਕਾਲ ਤਖਤ ਸਾਹਿਬ ਤੋਂ ਬਾਅਦ ਸਭ ਤੋਂ ਜ਼ਿਆਦਾ ਸੰਗਤ ਜਿਹੜੀ ਹੈ ਉਹ ਹਜੂਰ ਸਾਹਿਬ ਹੀ ਹੈ। ਔਰ ਕਹਿੰਦੇ ਵੀ ਦਸਮ ਪਾਤਸ਼ਾਹ ਨੇ ਕਿਹਾ ਸੀਗਾ ਬਿਲਕੁਲ, ਕਿ ਜਿਹੜਾ 60 ਸਾਲ ਤੋਂ ਪਹਿਲਾਂ ਜ਼ਰੂਰ ਉੱਥੇ ਜਿਹੜਾ ਮੇਰਾ ਸਿੱਖ ਹੈ ਇੱਕ ਵਾਰ ਜ਼ਰੂਰ ਮੇਰੇ ਸਥਾਨ ਤੇ ਆਏਗਾ। ਹੁਣ ਤੇ ਸਿੱਖਾਂ ਦੀ ਇਹੋ ਜੀ ਆਸਥਾ ਹੋ ਚੁੱਕੀ ਹੈ, ਹੁਣ ਵਾਰ-ਵਾਰ ਗੁਰੂ ਕੋ ਜਾਸਾ। ਬਿਲਕੁਲ ਠੀਕ। ਇਹ ਜਿਵੇਂ ਗੁਰਬਾਣੀ ਦਾ ਮੁੱਖ ਵਾਕ ਹੈ ਜੀ, ਉਸ ਤਰੀਕੇ ਨਾਲ ਇੱਕ ਵਾਰੀ ਬੰਦਾ ਜੋ ਉੱਥੇ ਹਜੂਰ ਸਾਹਿਬ ਦੇ ਦਰਸ਼ਨ ਕਰ ਆਏ, ਉਹਦੇ ਮਨ ਵਿੱਚ ਉਮੰਗ ਅੱਗੇ ਵਾਰ-ਵਾਰ ਦਰਸ਼ਨ ਕਰਨ ਦੀ ਉਤਪਤ ਹੋ ਜਾਂਦੀ ਹੈ। ਇੱਕ ਸਵਾਲ ਦਾ ਜਵਾਬ ਤੁਹਾਡੇ ਤੋਂ ਬੜੀ ਇਮਾਨਦਾਰੀ ਨਾਲ ਜਾਣਨਾ ਚਾਹਾਂਗਾ, ਔਰ ਤੁਸੀਂ ਵੀ ਪੂਰੀ ਉੱਥੇ ਸੇਵਾ ਕੀਤੀ ਹੈ, ਮੈਨੂੰ ਆਸ ਹੈ ਇਮਾਨਦਾਰੀ ਨਾਲ ਜਵਾਬ ਦੋਗੇ। ਇੱਕ ਤਾਂ ਕਹਿ ਲਓ ਬਈ, ਤੁਸੀਂ ਕਹਿ ਰਹੇ ਹੋ ਵੀ ਜਿਹੜੇ ਉੱਥੇ ਦੇ ਲੋਕਲ ਲੋਕ ਹੈਗੇ ਨੇ, ਉਹ ਭਾਵੇਂ ਸਹਿਜਧਾਰੀ ਨੇ ਤੇ ਭਾਵੇਂ ਸਿੱਖ ਨੇ, ਉਹ ਕਹਿੰਦੇ ਨੇ ਕਿ ਸਾਡਾ ਇੱਥੇ ਦਬਦਬਾ ਬਣਿਆ ਰਵੇ, ਸਾਡੇ ਹੱਥ 'ਚ ਪ੍ਰਬੰਧ ਰਵੇ। ਕੀ ਉੱਥੇ ਆਂਦੀ ਮਾਇਆ, ਚੜਾਵਾ, ਤੇ ਜਾਂ ਫਿਰ ਉੱਥੇ ਕਈ ਵਾਰ ਜਿਵੇਂ ਉਹ ਮਾਸ ਦੀ ਮੀਟ ਦੀਆਂ ਦੁਕਾਨਾਂ ਆਸ-ਪਾਸ ਖੁੱਲੀਆਂ ਹੋਣੀਆਂ, ਉਸ ਤੇ ਇਤਰਾਜ਼ ਨਾ ਹੋਣਾ, ਇਹੋ ਜਿਹੀਆਂ ਗੱਲਾਂ ਵੀ ਵਿਸ਼ਾ ਹੈਗੀਆਂ ਨੇ? ਇਸ ਤਰ੍ਹਾਂ ਜੀ, ਇਹਦੇ 'ਚ ਕੋਈ ਸ਼ੱਕ ਨਹੀਂ, ਉਹਨਾਂ ਦੇ ਜਿਹੜੇ ਲੋਕਲ ਸਿੱਖ ਹੈਗੇ ਨੇ ਬਹੁਤ ਚੜ੍ਹਦੀਆਂ ਕਲਾ ਨੇ, ਸਿੱਖਲੀ ਭਾਈਚਾਰਾ ਵੀ ਹੈਗਾ, ਪਰ ਜੋ ਉੱਥੇ ਦੇ ਲੋਕਲ ਵੀ ਹੈ ਉਹ ਗੁਰੂ ਘਰ ਦੇ ਵਿੱਚ ਬਹੁਤ ਵਿਸ਼ਵਾਸ ਕਰਦੇ ਹਨ, ਔਰ ਪਤਿਤ ਪੁਣਾ ਨਹੀਂ ਹੈ, ਕੇਸਾਂ ਦੀ ਬੇਅਦਬੀ ਬਿਲਕੁਲ ਨਹੀਂ ਕਰਦੇ, ਨਿਤਨੇਮੀ ਹੈਗੇ ਨੇ। ਹਾਂ, ਮਾਸ ਜ਼ਰੂਰ ਖਾਂਦੇ ਨੇ, ਮਾਸ ਖਾਣਾ ਕੋਈ ਉਹ ਗਲਤ ਗੱਲ ਨਹੀਂ ਹੈਗੀ, ਜੋ ਉਹਨਾਂ ਦੇ ਮੁਤਾਬਕ ਹੈਗਾ। ਗੁਰਦੁਆਰਾ ਸਾਹਿਬ ਦੇ ਪ੍ਰੀਮਿਸਿਸ ਦੇ ਵਿੱਚ ਦੁਕਾਨਾਂ ਖੁੱਲੀਆਂ ਹੋਈਆਂ ਨੇ? ਨਹੀਂ, ਇਹ ਬਿਲਕੁਲ ਗਲਤ ਸਟੇਟਮੈਂਟ ਹੈਗੀ ਹੈ। ਗੁਰਦੁਆਰੇ ਦੇ ਅੰਦਰ ਕੋਈ ਉਹ ਨਹੀਂ ਹੈ, ਬਾਹਰਲੇ ਪਾਸੇ ਕਹਿੰਦੇ ਬਾਹਰ ਹੈਗੀ, ਬਾਹਰ ਤੇ ਹਰ ਸ਼ਹਿਰ ਵਿੱਚ ਵੀ ਹੋ ਸਕਦੀ ਹੈ। ਬਾਜ਼ਾਰ ਹੋ ਗਿਆ। ਈਵਨ ਸੀਐਮ ਫਡਨਵੀਸ ਸਾਹਿਬ ਨੇ ਵੀ 31 ਦਸੰਬਰ 2017 ਦੇ ਵਿੱਚ ਕਿਹਾ ਸੀ ਕਿ ਅਸੀਂ ਦੁਕਾਨਾਂ ਨੂੰ ਉੱਥੋਂ ਥੋੜੀ ਦੂਰ ਹੋਰ ਕਰ ਦਿਆਂਗੇ, ਨਸ਼ਿਆਂ ਦੀਆਂ। ਬਾਕੀ ਉਹ ਕੋਈ ਹੋ ਜਿਹੀ ਗੱਲ ਨਹੀਂ ਜੀ। ਸੋ ਸਾਡੀ ਡੀਪੀ ਸਿੰਘ ਜੀ ਉਹਨਾਂ ਨਾਲ ਗੱਲਬਾਤ ਚੱਲ ਰਹੀ ਸੀਗੀ, ਤੇ ਇਹਨਾਂ ਨੇ ਦੱਸਿਆ ਖੁੱਲ ਕੇ ਕਿ ਉਹ ਪਹਿਲੀ ਵਾਰ ਨਹੀਂ ਹੋਇਆ ਕਿ ਕਿਸੇ ਸਹਿਜਧਾਰੀ ਨੂੰ ਜਾਂ ਕਿਸੇ ਹਿੰਦੂ ਨੂੰ ਹਜੂਰ ਸਾਹਿਬ ਤਖਤ ਦਾ ਜਿਹੜਾ ਹੈਗਾ ਸਰਕਾਰੀ ਤੌਰ ਤੇ ਜ਼ਿੰਮੇਵਾਰੀ ਦਿੱਤੀ ਗਈ ਹੋਵੇ, ਸੇਵਾ ਦਿੱਤੀ ਗਈ। ਉਸ ਤੋਂ ਪਹਿਲਾਂ ਮੁਸਲਮਾਨ ਵੀ ਰਹਿ ਚੁੱਕੇ ਨੇ, ਇੱਕ ਹੋਰ ਹਿੰਦੂ ਵੀ ਉੱਥੇ ਰਹਿ ਚੁੱਕੇ ਨੇ। ਸੋ ਇਸ ਤਰ੍ਹਾਂ ਦੋ ਹਿੰਦੂ ਰਹਿ ਚੁੱਕੇ ਨੇ। ਧਰਮ ਦੇ ਨਾਂ ਤੇ ਬਿਲਕੁਲ ਤੂਲ ਨਾਲ ਦੇਣ, ਖਾਸ ਕਰ ਜਿਹੜੇ ਕੋਈ ਸ਼ਾਇਦ ਕੋਈ ਰਾਜਨੀਤਿਕ ਸਾਜ਼ਿਸ਼ ਵੀ ਜਿਹੜੇ ਰਚ ਰਹੇ ਹੋਣੇ, ਜਿਹੜੇ ਖਾਸ ਕਰ ਇਹ ਕਹਿ ਰਹੇ ਹੈ ਕਿ ਜੇ ਐਸਜੀਪੀਸੀ ਹੁੰਦੀ ਤਾਂ ਏਦਾਂ ਕਿਸੇ ਦੀ ਹਿੰਮਤ ਨਾ ਪੈਂਦੀ ਕਰਨ ਦੀ। ਸੋ ਘੱਟੋ ਘੱਟ ਉਹਨਾਂ ਨੂੰ ਵੀ ਇਹ ਜਿਹੜੀ ਹੈਗੀ ਹੈ ਗੱਲ ਕਹੀ ਜਾ ਰਹੀ ਹੈ ਵੀ ਇਸ ਨੂੰ ਤੁਸੀਂ ਧਰਮ ਦੀ ਰੰਗਤ ਦੇ ਵਿੱਚ ਰਾਜਨੀਤੀ ਜਿਹੜੀ ਆਪਣੀ ਸ਼ਾਮਲ ਕਰਕੇ ਮਾਹੌਲ ਖਰਾਬ ਨਾ ਕਰੋ। ਮਹਾਰਾਸ਼ਟਰ ਐਕਟ ਦੇ ਵਿੱਚ ਪ੍ਰੋਵੀਜ਼ਨ ਹੈ ਕਿ ਵੀ ਜੇ ਬੋਰਡ ਜਾਂ ਕਮੇਟੀ ਇੱਕ ਤਰ੍ਹਾਂ ਕੰਮ ਨਾ ਕਰ ਰਹੀ ਹੋਵੇ ਤੇ ਐਡਮਿਨਿਸਟ੍ਰੇਟਰ ਗਵਰਨਮੈਂਟ ਵੱਲੋਂ ਲਗਾਇਆ ਜਾ ਸਕਦਾ ਜੀ, ਕਾਨੂੰਨ ਦੇ ਦਾਇਰੇ 'ਚ ਹੋ ਰਿਹਾ। ਸੋ ਇਸ ਕਰਕੇ ਐਡਮਿਨਿਸਟ੍ਰੇਟਰ ਅਪਾਇੰਟ ਕਰਨਾ ਉਹ ਮਹਾਰਾਸ਼ਟਰ ਗਵਰਨਮੈਂਟ ਦੇ ਉਹਦੇ 'ਚ ਅਧਿਕਾਰ ਹੀ ਚਾਹੁੰਦਾ ਹੈ। ਮਹਾਰਾਸ਼ਟਰ ਐਕਟ ਜੋ 1956 ਦਾ ਬਣਿਆ ਹੋਇਆ ਤੇ ਉਹਦੇ ਮੁਤਾਬਕ ਉਹਨਾਂ ਨੇ। ਹਾਲਾਂਕਿ ਮੈਂ ਗੱਲ ਕਰਨੀ ਸੀ ਪਰ ਮੇਰੇ ਜ਼ਿਹਨ 'ਚ ਆ ਗਈ ਹੈ। ਇਸ ਤੋਂ ਬਾਅਦ ਆਪ ਜੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਚਲੇ ਗਏ ਸੀ, ਉੱਥੇ ਵੀ ਕੰਟਰੋਵਰਸੀ ਬੜੀ ਆ ਰਹੀ ਹੈ, ਵਿਵਾਦ ਬੜੇ ਖੜੇ ਹੋਣੇ ਨੇ, ਔਰ ਖੱਟਰ ਸਾਹਿਬ ਨੇ ਬਕਾਇਦਾ ਤੁਹਾਡਾ ਸਨਮਾਨ ਵੀ ਕੀਤਾ ਜਦੋਂ ਤੁਸੀਂ ਜੁਆਇਨ ਕੀਤਾ ਸੀਗਾ, ਤੇ ਉਹ ਤੁਸੀਂ ਬੜੀ ਛੇਤੀ ਉੱਥੋਂ ਵੀ ਸੇਵਾ ਛੱਡ ਆਏ। ਵਜ੍ਹਾ ਇਸੇ ਪਿੱਛੇ ਕਿ ਵੀ ਆਪਸ ਵਿੱਚ ਉਹਨਾਂ ਦਾ ਜੋ ਕੋਰਿਲੇਸ਼ਨ ਪੋਜ਼ਿਟਿਵ ਨਹੀਂ ਹੈਗਾ, ਦੋ ਗਰੁੱਪ ਬਣੇ ਤੇ ਇਸ ਕਰਕੇ ਦਾਸ ਨੇ ਉਹਨਾਂ ਨੂੰ ਫਤਿਹ ਬੁਲਾਤੀ, ਕਿਉਂਕਿ ਦਾਸ ਪੋਲੀਟੀਕਲ ਜਿਹੜੇ ਐਂਗਲ ਤੋਂ ਦੂਰ ਹੀ ਰਹਿੰਦਾ, ਕਿਉਂਕਿ ਮੇਰਾ ਜੋ ਏਮ ਹੈ ਉਹ ਗੁਰੂ ਘਰ ਦੀ ਸੱਚੀ ਸੁੱਚੀ ਸੇਵਾ ਕਰਨੀ ਹੈ। ਮੈਂ ਲੇਖਾ ਰਾਜਨੀਤੀ ਤੋਂ ਪਰਾਂ ਲੇਖਾ ਮੈਂ ਅਕਾਲ ਪੁਰਖ ਨੂੰ ਦੇਣਾ, ਬੰਦਿਆਂ ਨੂੰ ਨਹੀਂ ਦੇਣਾ। ਇਸ ਕਰਕੇ ਮੈਂ ਪੀਸਫੁਲ ਲਾਈਫ ਔਰ ਗੁਰੂ ਘਰ ਨੂੰ ਸੱਚੇ ਸੁੱਚੇ ਦਿਲ ਨਾਲ ਸੇਵਾ ਕਰਨਾ ਚਾਹੁੰਦਾ। ਠੀਕ ਹੈ ਜੀ। ਸੋ ਡੀਪੀ ਸਿੰਘ ਉਹਨਾਂ ਦਾ ਕਹਿਣਾ ਹੈਗਾ ਕਿ ਜਿਹੜਾ ਉੱਥੇ ਹਿੰਦੂ ਬੰਦੇ ਵੀ ਕੋਈ ਲਾਏ ਜਾਂਦੇ ਨੇ ਉਹ ਬਕਾਇਦਾ ਕਾਨੂੰਨ ਲਾਏ ਜਾਂਦੇ ਨੇ, ਕਾਨੂੰਨ ਦੇ ਦਾਇਰੇ ਦੇ ਵਿੱਚ ਲਾ ਕੇ ਲਾਏ ਜਾ ਰਹੇ ਨੇ। ਕਿਸੇ ਤਰ੍ਹਾਂ ਦੀ ਵੀ ਕੋਈ ਜਿਹੜੀ ਰਾਜਨੀਤੀ ਹੈ, ਕੋਈ ਰਾਜਨੀਤਿਕ ਸਾਜ਼ਿਸ਼ ਹੈ, ਇਸ ਦੇ ਉੱਤੇ ਘੱਟੋ ਘੱਟ ਸਿੱਖਾਂ ਨੂੰ ਨਹੀਂ ਕਰਨੀ ਚਾਹੀਦੀ। ਸਭ ਤੋਂ ਲੰਗੈਸਟ ਐਜ਼ ਸੀਓ ਦੇ ਤੌਰ ਤੇ ਹਜੂਰ ਸਾਹਿਬ ਦਾਸ ਦਾ
7 ਸਾਲ 5 ਮਹੀਨੇ ਪਹਿਲੇ ਟੈਨਿਓਰ 'ਚ ਰਿਹਾ। ਜੀ ਉਸ ਤੋਂ ਬਾਅਦ ਐਜ਼ OSD ਐਡਮਿਨਿਸਟ੍ਰੇਟਰ ਆਫਿਸਰ ਦੇ ਤੌਰ ਤੇ 3 ਸਾਲ 10 ਮਹੀਨੇ, ਔਰ ਕਰੋਨਾ ਕਰਕੇ ਮੈਂ ਫਿਰ ਇੱਧਰ ਆ ਗਿਆ। ਜੀ ਠੀਕ ਹੈ ਜੀ, ਧੰਨਵਾਦ। ਸੋ ਜੋ ਵੀ ਕੁਝ ਹੋ ਰਿਹਾ ਹਜੂਰ ਸਾਹਿਬ ਵਿਖੇ, ਉਹ ਸਰਕਾਰ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਰਹੀ ਕਿ ਕਰ ਰਹੀ ਹੈ, ਤੇ ਕਿਸੇ ਵੀ ਤਰ੍ਹਾਂ ਸਿੱਖਾਂ ਦੇ ਹੱਥੋਂ ਤਖਤ ਨੂੰ ਖੋਏ ਜਾਣ ਦੀ ਕੋਈ ਵੀ ਗੱਲ ਸੱਚੀ ਨਹੀਂ ਹੈ। ਔਰ ਫੰਡ ਜੋ ਹੈਗੇ ਕੋਈ ਉਹਦੇ 'ਚ ਗਵਰਨਮੈਂਟ ਦਾ ਇੰਟਰਫੀਅਰੈਂਸ ਨਹੀਂ ਹੈਗਾ ਜੀ ਉਹ ਗੁਰਦੁਆਰੇ ਦੇ ਆਪਣੇ ਉੱਤੇ ਹੀ ਵਰਤੇ ਜਾਂਦੇ ਹਨ, ਡਿਵੈਲਪਮੈਂਟ ਦੇ ਉੱਤੇ ਵਰਤੇ ਜਾਂਦੇ, ਉਹਨਾਂ ਦਾ ਕੋਈ ਉਹ ਨਹੀਂ। ਸਿਰਫ ਅਕਾਊਂਟ ਦਾ ਕੰਟਰੋਲ ਕਰਨ ਲਈ ਉਹਨਾਂ ਕੋਲ ਸਟੇਟਮੈਂਟ ਜਾਂਦੀ ਹੈਗੀ, ਆਡਿਟ ਰਿਪੋਰਟ ਜਾਂਦੀ ਹੈ, ਹੋਰ ਕੁਝ ਵੀ ਨਹੀਂ। ਵਾਹਿਗੁਰੂ ਜੀ ਕਾ ਖਾਲਸਾ ਤੇ ਤਹਿ ਦਿਲੋਂ ਅਸੀਂ ਬਲਜੀਤ ਸਿੰਘ ਜੀ ਮਰੋਹਾ ਦਾ ਧੰਨਵਾਦ ਕਰਦੇ ਹਾਂ, ਔਰ ਮਹਾਰਾਜ ਕਿਰਪਾ ਕਰੇ ਜਿਸ ਤਰੀਕੇ ਨਾਲ ਇਹਨਾਂ ਦੇ ਮਨ ਦੇ ਵਲਵਲੇ ਹਨ ਗੁਰੂ ਪੰਥ ਦੀ ਸੇਵਾ ਲਈ, ਇਹ ਅੱਗੇ ਵੱਧ ਕੇ ਆਉਣ ਔਰ ਸੰਗਤਾਂ ਨੂੰ ਸੱਚਾ ਸੁੱਚਾ ਸੰਦੇਸ਼ ਪਹੁੰਚਾਉਣ ਦੀ ਕਿਰਪਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਬਿਲਕੁਲ ਜਿਹੜੇ ਰਾਜਨੀਤੀ ਦੇ ਨਾਂ ਤੇ, ਧਰਮ ਦੇ ਨਾਂ ਤੇ ਅਜਿਹੀ ਸਿਆਸਤ ਕਰ ਰਹੇ ਨੇ, ਉਹਨਾਂ ਨੂੰ ਇਸ ਤੋਂ ਹਟਣਾ ਚਾਹੀਦਾ ਹੈ। ਵਿਜੇ ਸ਼ੋਕ ਦੇ ਨਾਲ ਬਲਜੀਤ ਮਰਵਾਹਾ, ਚੰਡੀਗੜ੍ਹ।